जन है गुरु नानक तार की मूरत है जग आयो। लोक सुनियो परलोक सुनियो, बिद लोक सुनियो सब दर्शन पायो। अंगत पार उतारन को गुरु नानक साहिब पंथ चलायो। वाहिगुरु श्री गुरु नानक साहिब तार के मूरत है जग आयो। आद करूं गुरुदेव को बंदन, वाहिगुरु मुख माहि उचारी। दोए कर जोड़ करो चरणा पर, जान सदा गुर को बलिहारी। कान सुनै उपमा गुर की, गुर मूरत ध्यान हृदय में धारी। वाहिगुरु श्री गुरु नानक साहिब सेवक सरन गही दरबारी। सतनाम श्री वाहिगुरु जीओ। धनासरी महला पंजवा। सगल मनोरथ प्रभ ते पाए, कंठ लाए गुर राखे। संसार सागर में जलन न दीने, किने न दूतर भाखे। सगल मनोरथ प्रभ ते पाए, कंठ लाए गुर राखे। संसार सागर में जलन न दीने, किने न दूतर भाखे। जिनकै मन साचा विश्वास, पेख पेख स्वामी की शोभा। आनंद सदा उल्लास रहाओ। चरण सरन पूरन परमेश्वर, अंतरजामी साख्यो। जान बूझ अपना कियो नानक, भगतन का अंकर राख्यो। चरण सरन पूरन परमेश्वर, अंतरजामी साख्यो। जान बूझ अपना कियो नानक, भगतन का अंकुर राख्यो। वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज जी की अपार कृपालता बख्शिश का सदका आप जी बड़े प्यार सत्कार के सहित ज्ञानी करनैल सिंह जी गरीब उन्होंने पासों समानता वाला भाव ते असमानता ये विचार सरवण कर रहे थे कि सतगुरु जी ने ये समानता किमें वरताई है। उपरंत श्री गुरु अमरदास जी महाराज जी के इतिहास का विचार ते गुरु नानक पातशाह के घर विच गुरमुख की जिहड़ी अवस्था वो एक रस है। जिहड़ा मनमुख है, क्या गभरू क्या बिरध है, मनमुख तृष्णा भुख ना जाए। ਉਹਦੇ अंदर ये तृष्णा जिहड़ी और पदार्थों की भुख है वो इस तरह ही व्याप रही है। जिहड़ा गुरमुख है ਉਹਦੇ अंदर दैवी शक्तियाँ बचपन तो लैके बुढ़ापे तक गुरु की बख्शिश नाल प्राप्त होंदियां हैं। ਅਤੇ ਉਹਨਾਂ ਦਾ मानसिक मंडल इतना मजबूत होंदा है, शरीर करके भावें बुढ़ापा आवे भी पर वो आत्मक बल होने करके बुढ़ापे की परवाह नहीं करते। दुनिया के नौजवानों नालों भी वध सेवा करके दिखाते हैं। गुरु साहिबाना दे विचों धन श्री गुरु अमरदास जी के जीवन की विचारधारा ਅਤੇ गुरसिखां विचों बाबा बुढ़ा साहिब जी का जीवन कितनी लंबी आर वाला
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਅਤੇ ਬਹੁਤ ਵੱਡੀ ਮਿਸਾਲ ਕਿ ਇਤਨੇ ਬਜ਼ੁਰਗ ਜ਼ਿੰਦਗੀ ਦੇ ਹੰਢੇ ਹੋਏ ਔਰ ਜੀਵਨ ਨੂੰ ਕਮਾਉਣ ਵਾਲੇ ਗੁਰਮੁਖਾਂ ਨੂੰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਮਿਲੀ। ਗੱਜ ਕੇ ਬੋਲੋ ਸਤਿਨਾਮ। ਤਜਰਬਾ ਵੱਧਦਾ ਜਾਂਦਾ। ਦੂਏ ਪਾਸੇ ਰਾਜਨੀਤਿਕ ਵਿਅਕਤੀਆਂ ਬਾਰੇ ਵੀ ਦਰਸਾਇਆ ਗਿਆ ਔਰ ਗੁਰੂ ਘਰ ਦਾ ਜੋ ਬਾਦਸ਼ਾਹ ਉਹਦੇ ਬਾਰੇ ਵੀ। ਤੇ ਜਿਹੜੇ ਦੁਨੀਆ 'ਤੇ ਸੰਮੇਲਨ ਹੁੰਦੇ ਆ, ਭਾਵੇਂ ਉਹ ਸਰਵ ਧਰਮ ਮੇਲਨ ਨਾਮ ਹੁੰਦਾ, ਪਰ ਜਿਹਦੇ ਵੱਲੋਂ ਵਿਸ਼ੇਸ਼ ਰੂਪ 'ਚ ਕਰਾਇਆ ਜਾਂਦਾ, ਉਹ ਕਈ ਵਾਰੀ ਆਪਣੀ ਪ੍ਰਮੁੱਖਤਾ ਨੂੰ ਜ਼ਿਆਦਾ ਪਹਿਲ ਕਦਮੀ ਦਿੰਦਾ ਹੈ। ਅਤੇ ਜੇ ਸਿਆਣੇ ਪੁਰਸ਼ਾਂ ਦੀ ਵਿਚਾਰਧਾਰਾ ਨਾਲ ਰਲ ਜਾਏ ਔਰ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਪੈ ਜਾਏ ਕਿ ਉਸ ਸਭਾ ਦੇ ਅੰਦਰ ਵੀ ਕਈ ਵਾਰੀ ਸਮਤਾ ਵਾਲਾ ਜੋ ਭਾਵ ਹੈ ਉਹ ਪ੍ਰਗਟ ਹੋ ਜਾਂਦਾ ਹੈ। ਉਹ ਅਸੀਂ ਵੀ ਇੱਕ ਵਾਰੀ ਇਹਨਾਂ ਦੀ ਸਭਾ ਵਿੱਚ ਵੇਖਿਆ ਅਤੇ ਉਹਨਾਂ ਦੇ ਜਿਹੜੇ ਪੂਜ ਸੀ ਉਹ ਇੱਕ ਉੱਚਾ ਤਖਤ ਪੋਸ਼ ਉਹਦੇ ਉੱਤੇ ਬੈਠੇ ਸੀ। ਇੱਕ ਚੌਂਕੀ ਵਿਚਾਲੇ ਡਾਹੀ ਹੋਈ ਸੀ, ਤੀਸਰੇ ਦਰਜੇ ਵਿੱਚ ਸੰਗਤ ਸੀ। ਅਸੀਂ ਪੁੱਛਿਆ ਵੀ ਇਹ ਚੌਂਕੀ ਇਹ ਕਹੀ ਜੀ ਫਲਾਣੇ ਮਹਾਤਮਾ ਵਾਸਤੇ। ਮੈਂ ਕਿਹਾ ਤੁਸੀਂ ਉੱਪਰ ਬੈਠੇ ਆ, ਇਹਨੂੰ ਦਰਮਿਆਨ ਬਹਾਲਿਆ, ਨਾ ਤਾਂ ਇਹਨੂੰ ਸੰਗਤ ਜੋਗਾ ਛੱਡਿਆ, ਨਾ ਇਹਨੂੰ ਆਪਣੇ ਨਾਲ ਰਲਾਇਆ। ਜੇ ਤਾਂ ਇਹਨੂੰ ਸਮਝਦੇ ਪਏ ਵੀ ਕਿਸੇ ਪਰੰਪਰਾ ਦਾ ਮੁਖੀ ਹੈ ਅਤੇ ਨਾਲ ਬਹਾਲ ਲੈਂਦੇ, ਅਤੇ ਜੇ ਇਹਨੂੰ ਸੰਗਤ ਸਮਝਦੇ ਸੰਗਤ ਵਿੱਚ ਬੈਠਣ ਦਿੰਦੇ, ਇਹਨੂੰ ਵਿਚਾਲੇ ਕਰ ਦਿੱਤਾ। ਨਾ ਸੰਗਤ ਨਾਲ ਇਹਦਾ ਸੰਬੰਧ ਜੁੜਿਆ ਅਤੇ ਨਾ ਤੁਹਾਡੇ ਨਾਲ। ਉਹਨੇ ਜੀ ਉੱਠ ਕੇ ਫਿਰ ਖਿਮਾ ਮੰਗੀ ਕਿ ਅਸੀਂ ਵੀ ਭੁੰਨੇ ਬਹਿ ਜਾਂਦੇ ਹਾਂ। ਮੈਂ ਕਿਹਾ ਉਹ ਤਾਂ ਭਾਈ ਤੁਹਾਡੀ ਮਰਜ਼ੀ ਹੈ, ਪਰ ਜੋ ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚੋਂ ਸਮੱਤ ਮਿਲੀ ਹੈ ਉਹਦੇ ਅਨੁਸਾਰ ਬੇਨਤੀ ਕਰ ਰਹੇ ਹਾਂ। ਅਤੇ ਫਿਰ ਉਹਨਾਂ ਨੂੰ ਮੰਨਣਾ ਪਿਆ। ਉਹ ਕੁਦਰਤੀ ਮੇਰੇ ਨਾਲ ਕੁਝ ਨਿਹੰਗ ਸਿੰਘ ਚੱਲ ਗਏ। ਉਹ ਸ਼ਾਸਤਰਧਾਰੀ ਸੀ। ਉੱਥੇ ਹੁਣ ਹੁੰਦਾ ਅਹਿੰਸੋ ਪਰਮ ਧਰਮ। ਉਹ ਬੜੇ ਵਿਚਾਰੇ ਦੇਖਣ ਲੱਗ ਪਏ। ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਇਹ ਸ਼ਾਸਤਰਾਂ ਦੇ ਬਲ ਨਾਲ ਹੀ ਭਾਰਤ ਦੀ ਜਿਹੜੀ ਆਜ਼ਾਦੀ ਬਹਾਲ ਹੋਈ ਹੈ, ਧੀਆਂ ਭੈਣਾਂ ਦੀ ਇੱਜ਼ਤ, ਧਰਮਾਂ ਦੀ ਇੱਜ਼ਤ, ਇਹ ਮਹਾਰਾਜ ਦੀ ਕਿਰਪਾ ਨਾਲ ਕਾਇਮ ਰਹੀ ਹੈ। ਫਿਰ ਉਹਨੇ ਕੁਝ ਬਾਣੀ ਵੀ ਨੋਟ ਕੀਤੀ ਕਿ ਅਸੀਂ ਇਹਦਾ ਪ੍ਰਚਾਰ ਕਰਿਆ ਕਰਾਂਗੇ। ਉਹ ਕਹਿਣ ਤੋਂ ਭਾਵ ਮਿਲਣ ਦੇ ਨਾਲ ਕਈ ਵਾਰੀ ਅੰਤਰ ਨਿਕਲ ਜਾਂਦੇ ਆ। ਜੇ ਆਪਾਂ ਪਰੇ ਪਰੇ ਰਹੀਏ ਫਿਰ ਉਹ ਫਰਕ ਬਣੇ ਰਹਿੰਦੇ। ਇਸ ਵਾਸਤੇ ਮਿਲਣਾ ਵੀ ਬਹੁਤ ਜ਼ਰੂਰੀ ਹੈ। ਤੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਕਿ ਸੋਝੀ ਔਰ ਸਮੱਤ ਜਿਹੜੀ ਦਿੱਤੀ ਹੈ। ਮਹਾਰਾਜ ਨਾਲ ਵੀ ਹੋਇਆ ਸੀ ਜਦੋਂ ਆਰਾਮ ਦੀ ਰਾਜਧਾਨੀ ਤਹਿਰਾਨ 'ਚ ਗਏ। ਉੱਥੇ ਦੇ ਮੌਲਵੀ ਨੇ ਪ੍ਰਸ਼ਨ ਪੁੱਛਿਆ ਸੀ ਕਿ ਰੱਬ ਤੋਂ ਪਹਿਲਾਂ ਕੀ ਹੈ? ਮਹਾਰਾਜ ਕਹਿੰਦੇ ਵੀ ਗਿਣਤੀ ਕਰਕੇ ਦੱਸ 100 'ਤੇ। ਕਿ ਜਿਹੜੇ ਗਿਣਨ ਲੱਗਾ 1 2 3 4, ਕਹਿੰਦੇ 1 ਤੋਂ ਪਹਿਲਾਂ ਕੀ ਹੈ? ਕਹਿੰਦੇ 1 ਤੋਂ ਪਹਿਲਾਂ ਤਾਂ ਇੱਕੋ ਹੀ ਹੈ। ਕਹਿੰਦੇ ਕਿ ਰੱਬ ਤੋਂ ਪਹਿਲਾਂ ਵੀ ਰੱਬ ਹੀ ਹੈ। ਫਿਰ ਅੱਗੇ ਉਹ ਕਿਵੇਂ ਰਹਿੰਦਾ? ਮਹਾਰਾਜ ਕਹਿੰਦੇ ਦੁੱਧ ਲਿਆਏ। ਕਹਿੰਦੇ ਇਹਦੇ 'ਚ ਕੀ ਹੈ? ਕਿ ਮਹਾਰਾਜ ਦੁੱਧ ਆ ਮਿੱਠਾ ਨਹੀਂ ਪਾਇਆ। ਕਹਿੰਦੇ ਨਹੀਂ ਭਾਈ, ਇਹਦੇ 'ਚ ਕੁਦਰਤੀ ਮਿਠਾਸ ਵੀ ਹੈ, ਮਲਾਈ ਵੀ ਹੈ, ਦਹੀਂ ਵੀ ਹੈ, ਪਨੀਰ ਵੀ ਹੈ, ਖੋਆ ਵੀ ਹੈ, ਬਰਫੀ ਵੀ ਹੈ, ਮੱਖਣ ਵੀ ਹੈ, ਘਿਓ ਵੀ ਹੈ, ਦੀਵਾ ਬਣਾ ਕੇ ਜਗਾਈਏ ਪ੍ਰਕਾਸ਼ ਵੀ ਹੈ, ਧੰਦਿਆਈ ਵੀ ਹੈ, ਅਤੇ ਕੜਾਹ ਪ੍ਰਸ਼ਾਦ ਵੀ ਬਣ ਜਾਂਦਾ। ਹੋਰ ਵੀ ਕਈ ਪਦਾਰਥ ਅਖੇ ਨਜ਼ਰ ਨਹੀਂ ਆਉਂਦੇ, ਉਹ ਭਾਈ ਜੁਗਤੀ ਨਾਲ ਨਿਕਲਦੇ। ਇਸ ਤਰ੍ਹਾਂ ਪਰਮਾਤਮਾ ਵੀ ਹੈ ਤਾਂ ਵਿਆਪਕ,
वो भी जुगती और विचार नाल ही प्राप्ति हुंदी है। कहंदे ये भी बड़ा चंगा उत्तर है। ये कहंदे भी रब की करदा, कहंदे तेरे आसन ते उतर देंगे। उत्थे गए, बड़ा सारा आसन लाया ताकि ये गद्दा बिछा के बैठा। फिर खुड ते चूहा भी शेर होंदा। जिले पातशाह गए, कहंदे नानक दरवेश दो प्रश्नों का उत्तर वधिया दिता, ये दस खुदा की करदा। महाराज कहंदे मैनू विद्यार्थी समझ के पुछदा कि मुरशद समझ के जां सहपाठी समझ के, ते ना तो मैं तेरा शागिर्द हां ते ना तेरा मुरशद हां, ना तेरा सहपाठी। भी विद्यार्थी वेले कट्ठे पढ़े होइए, किहड़ा समझ के प्रश्न करना। पचाई निकल जाती है कि मुरशद समझ के। कहंदे किन्ना बुद्धू हाँ भी मुरशद भुन्ने खड़ा होवे ते शागिर्द आसन ते बैठा होवे। शागिर्दा कम तय भेटा लैके नमस्कार करनी, फिर गल पला बेनती करनी, गुरु जी आ शंका मेरे प्रश्न के उत्तर दिओ, निवृत्ति कर दिओ संशय दी। ते भई उत्तर पुछना, थले आ जाओ, थले आ गया, महाराज उत्ते बह। कहंदे हुण दस अगे जी खुदा करदा, कहंदे जिहड़े तेरे उत्ते बैठे थले ला लैंदा, जिहड़े थले उन्हां उत्ते पा दिंदा। गज के बोलो। सो इस वास्ते कई उच्चा बह के उच्चे बनना चाहते हैं, पर लिखी चाणक जी कहते ऊंचो थित ऊंचो नहीं, ऊंचो गुण कर होए, काग अटारी पर बह क्या खगपत होए। उच्ची जगह बहना कोई उच्चा नहीं होंदा, उच्चा शुभ गुणा नाल होंदा, ज्ञान नाल होंदा। कहते कां जो गंदगी फरोलण वाला वो मंदिर की अटारी जां कलश ते बह जाए, वो पंछियों का राजा गरड़ नहीं, वो गंद फरोलण वाला कां है। सो इस वास्ते बहुत लोग समझते भी शायद उच्ची जगह ही बैठ के, ते कईयां नूं गुरु महाराज के दरबार चों सत्कार प्यार वालियां पदवियां मिलियां, वो फिर उन्हां पदवियां का ख्याल नहीं करते। ते कई बारी संगतां विच कोई बेशा कई तरह का बन जाता है, क्योंकि स्वै मान नूं कायम रखना भी जरूरी है। क्योंकि दरबार साहब का जोड़ा गुंबद वो नीमा निमरता का प्रतीक है, अकाल तख्त का उच्चा वो स्वैमान की उच्चता का प्रतीक। स्वैमान की उच्चता रखनी भी गुरसिख का फर्ज है। तो ये सारी विचारधारा चल रही सी कि धन श्री गुरु अमरदास जी महाराज का अलौकिक जीवन आप जी सरवण कर रहे हो। आओ कुछ समय वास्ते होर विचारां सरवण करिए, क्योंकि विचार तो थोड़ी बहुत होंदी है, ते बाकी समा हुंदा प्रबंधकां दा, संगत का उत्साह प्यार सतगुरु सच्चे पातशाह जी कृपालता करते हैं। धनासरी महला पंजवा, धनासरी राग की बाणी है, तो पंजवें सतगुरु जी कृपा करते हैं। सगल मनोरथ प्रभ ते पाए, जिन्ने भी मन दे मनोअर्थ है, मन दे संकल्प है, मन दियां इच्छा है, मन दे फुरने हैं, वो सारे दे सारे जे परमेश्वर ते शरधा रख लईए पूरे हो जाते हैं। कई भी इंसान पूर्ति वास्ते मड़ियां दी कबरां दी होर गुगे है, भैरों है, देवी देवते है, पीरां फकीरां दी ते देवी देवतियां दी कईयां दी पूजा वल दौड़दा है। कि जे उन्होंने समझ आ जाए कि जे उन्होंने कुछ बरकत है, वो बरकत तो प्रभु के दरबार की कुछ खिदमत करन तो ही मिली है। उन्हीं कितों कुछ लैके देना, तो जड़ा सारियां नूं देने वाला दाता वो ना मंगी है फिर मंगण जाइए। पोछा छावन कीचे अंत पछोताई है, भाई साहब भाई गुरदास साहब दस रहे। जे उहदे ते भरोसा कर लईए कि एक घर विचों ही सारे मनोरथ जड़े है वो पूरे हो जाते हैं, सारे पदार्थ प्रभु के दरबार विचों प्राप्त हो जाते हैं। कंठ लाए गुर राखे, जड़े सिदक और विश्वास वाले पुरुष है, उन्होंने गरीब नवाज अपने कंठ गल ला के रखते हैं। इन्हां दा किन्ना सिदक भरोसा है। कहते कोई बालक
जम्मिया वो अपाहज सी। पिता कहन लगा तैनू कौन देवेगा, किवें तेरी क्रिया चलेगी, हुण तां मैं तेरी खिदमत करदा। वो कहन लगे जिहड़ा तेरा इंतजाम कर रहा वो मेरा भी करेगा। हुण बड़ा गुस्सा कीता। ये देखो प्यो मूहरे बोलिया, वो उन्होंने जंगल छड्या। वो परमेश्वर जी नूं अपना सिदक दे दे, भरोसे विच रहा। दरख्तां दीयां शाखां नीचे आ गईयां, फल थल्ले आ गए, उत्थों जल का चश्मा फट पिया। जिहड़ा उहदे ते भरोसा रखदा उहदे वास्ते वो प्रबंध करदा है। नारद आ गया, ऐ बालक तेरे पिता ने तेरे नाल बड़ा धक्का कीता, तैनू जंगल छड्या, दस तैनू की दईए। वो कहंदे नारद तू विष्णु को बीणा बजाया कर, तैं मेरी क्रिया तो की लेना। ये दस तू मैनू मेरी परारब्ध अनुसार देवेगा जां कोई कोलों। कहंदा जी परारब्ध ना, कहंदे वो तो मिले जानी, फिर तू की लेना देना। उन्हें कहा कमाल की गल है, बड़ी दृढ़ता। इंद्र को गया, ब्रह्मे विष्णु शिव जिन्ने इन्हां दे देवते आज इकट्ठे कर लिया। उन्हें भी इस तरह ही कहा तेरे नाल ज्यादती हुई, दस की लईए। वो कहंदा मेरी किस्मत मुताबक देओगे जां कोई तुसीं विशेष अपने वालों। कहंदे परारब्ध अनुसार, कहंदे तो मिले ही जाना, जाओ तुसीं। वो बड़े खुश होए कि इहदा परमेश्वर ते विश्वास है। उन्होंने अपनी दिव्य शक्ति उन्होंने बिल्कुल सही सलामत रिष्ट पुष्ट तंदुरुस्त करता। वो फिर अपने पिता को आ गया, कहंदे ये ठीक किवें होया? कहंदे उन्हें कीता। गज के बोलो। जे उहदे ते कोई भरोसा रखदा है, उस ते विश्वास करता है, जाके हृदय विश्वास प्रभाया, तत ज्ञान तिस मन प्रगटाया। असीं विश्वास नहीं करते, तागे तबीत जादू टूने यंत्र मंत्र तंत्र आ किन्ने फॉरवर्ड देश में आए हैं, इत्थे आके भी कई अजिहे काम करते। गुरु ते भरोसा नहीं, पर बाणी ये कह रही है तंत मंत ने जो ही तित चाख ना लागे। सगन अग सगन पुछदे फिरते हैं, पर पातशाह कहते साहा गणे ना करे विचार, साहे उपर एक अंकार सगन अपसगन तिसको लगे जिस चीत ना आवे। असीं गुरु का अमृत छक के भी राहु केतुआं तो डर रहे हैं। गज के बोलो। विश्वास नहीं, पर जिन्हां दा भरोसा उन्होंने सच्चे पातशाह कोई विघन नहीं लगन देंदे, सारे पदार्थ भी दे देंदे है, मन दी इच्छा भी पूरियां करते हैं, अपने कंठ गल ला के रखते हैं। संसार सागर में जलन ना दीने, ये संसार सागर की ईरखा की आग्या जां तृष्णा दी है, जां मोह दी है, जां क्रोध दी है, ये जिन्नियां भी अगां हिंसा आदक हैगियां, इन्हां विच उन्हां नूं सड़न नहीं दिंदे हैं। किना ना दुतर भाखे, फिर साध संग जी किना ना दुतर भाखे, फिर उन्हां वास्ते कोई भी दुष्तर कठिन कारज कहण मात्र नहीं रह जाता। उन्हां वास्ते मुश्किल तो मुश्किल काम जड़ा वो सौखा बन जाता है। कोई उन्होंने मुसीबत नहीं आती। उन्होंने दे अंदर आत्मक रूहानी बल इन्ना आ जाता, जे मती दास जी या सती दास उन्होंने किन्ना जुल्म होया, पर उन्हें नहीं कहा हे परमेश्वर मेरे लिए इन्नी कठिनाई क्यों आ गई। ये नहीं कहा ईसा मूंगे जहर का प्याला मेरे लिए सी। गज के बोलो। वो कहते सारा भाने विच तेरी याद च। उन्होंने गुरसिखां विचों किसे ने भी ये नहीं कहा ये दुष्तर बड़ा कठिन, ऐसा बचन भाख्या नहीं आचार्या। वो कहते सारा कुछ तेरे भजन विच ही हो रहा, तेरे हुक्म विच हो रहा। ये तेरे नाम की बरकत ऐसी है सिमरन की, उन्होंने वो संसार सागर की किसी अग सड़ने नहीं दिंदा, विधि चंद आदकों की रख्या करता। उन्हें ये नहीं कहा हुण अग मैनू साड़ेगी, ये बड़ा कठिन काम है। पर जे खंडा फड़ के युद्ध किया, ये नहीं कि हुण दुष्टां नाल किवें युद्ध करांगे, बड़ा औखा है।
ਤੇ ਜੇ ਸੰਤਾਂ ਨੂੰ ਸਬਰ ਦੇ ਅੰਦਰ ਸ਼ਹੀਦੀ ਦਿੱਤੀ ਹੈ, ਉਹਨੂੰ ਵੀ ਦੁਸ਼ਟਰ ਕਠਨ ਨਹੀਂ ਕਿਹਾ। ਕਿਸੇ ਨੇ ਇਹ ਨਹੀਂ ਕਿਹਾ ਹਾਏ ਮਰ ਗਏ, ਹਾਏ ਮਾਂ, ਇਹ ਵੀ ਨਹੀਂ ਕਿਹਾ। ਕਿਸੇ ਨੇ ਕਿਹਾ ਬੜਾ ਦੁਖਦਾਈ ਹੈ, ਇਹ ਬੜਾ ਦੁਸ਼ਟਰ ਹੈ, ਇਹ ਤੋਂ ਤਰਨਾ ਬੜਾ ਕਠਨ ਹੈ। ਕਿਸੇ ਨੇ ਵੀ ਮਿਹਣਾ ਨਹੀਂ ਦਿੱਤਾ, ਉਲਾਮਾ ਨਹੀਂ ਦਿੱਤਾ। ਭਾਣੇ ਨੂੰ ਰਜਾ ਨੂੰ ਸੱਤ ਕਰਕੇ ਮੰਨਿਆ। ਗੁਰੂ ਮਹਾਰਾਜ ਤਾਂ ਚਲੋ ਸਰਵਾਗਿਆ ਕਿ ਉਹਨਾਂ ਨੇ ਆਪਣੇ ਸਿੱਖਾਂ ਵਿੱਚ ਐਸੀ ਵਿਚਾਰਧਾਰਾ ਭਰੀ ਹੈ, ਐਸਾ ਦ੍ਰਿੜ ਗਿਆਨ ਬਖਸ਼ਿਸ਼ ਕੀਤਾ, ਤੇ ਆਪਣੇ ਜੀਵਨ ਕਾਲ ਵਿੱਚ ਵੀ ਸਿੱਖਾਂ ਨੂੰ ਚੰਗੀ ਤਰ੍ਹਾਂ ਪਰਖ ਕੇ ਦੇਖਿਆ ਕਿ ਮਹਾਰਾਜ ਦੇ ਸਰਵਨ ਸਰੂਪ ਤੋਂ ਬਾਅਦ ਵੀ ਗੁਰਸਿੱਖਾਂ ਦੇ ਬੜੇ ਕਸ਼ਟ ਆਏ, ਪਰ ਉਹਨਾਂ ਨੇ ਬੜੇ ਖੇੜੇ ਮੱਥੇ ਝੱਲੇ ਔਰ ਇਤਿਹਾਸ ਨੂੰ ਕਲੰਕੀ ਨਹੀਂ ਹੋਣ ਦਿੱਤਾ। ਪਰ ਅੱਜ ਜੋ ਮਾਹੌਲ ਚੱਲ ਰਿਹਾ ਉਹਦੇ ਮੁਤਾਬਕ ਬਿਨਾਂ ਹੀ ਕਸਵੱਟੀ ਤੋਂ ਅਸੀਂ ਸਿੱਖੀ ਨੂੰ ਤਿਆਗੀ ਜਾ ਰਹੇ ਹਾਂ। ਇਹ ਬੜਾ ਦੁੱਖ ਹੈ। ਉਹਨਾਂ ਤੇ ਤੇਰੀਆਂ ਵੱਡੀਆਂ ਵੱਡੀਆਂ ਕਸਵੱਟੀਆਂ ਲੱਗੀਆਂ, ਬੜੇ ਬੜੇ ਕਸ਼ਟ ਆਏ। ਉਹ ਆਪਣੇ ਧਰਮ 'ਚ ਦ੍ਰਿੜ ਰਹਿੰਦਿਆਂ ਹੋਇਆਂ ਮਰੀਦੀਆਂ ਸ਼ਹੀਦੀਆਂ ਕੀਤੀਆਂ। ਉਹਨਾਂ ਨੇ ਮਰੀਦ 'ਤੇ ਵੀ ਬੜਾ ਕਸ਼ਟ ਆਉਂਦਾ, ਸ਼ਹੀਦ 'ਤੇ ਵੀ ਆਉਂਦਾ, ਬਰਦਾਸ਼ਤ ਕਰਦੇ। ਅੱਜ ਹੁਣ ਸਮਾਂ ਵੇਖ ਲਓ, ਫੈਸ਼ਨਾਂ ਦੇ ਅਧੀਨ ਹੋ ਕੇ ਜਾਂ ਆਂਢੀਆਂ ਗੁਆਂਢੀਆਂ ਦੀ ਇੱਕ ਸੰਗਤ ਦੇ ਪ੍ਰਭਾਵ ਥੱਲੇ ਅਸੀਂ ਦੇਖ ਲਓ ਕਿਸ ਤਰ੍ਹਾਂ ਇੱਕ ਪਾਸੇ ਪੱਗ ਦੇ ਮਸਲੇ ਚੱਲਦੇ ਹੈ, ਦੂਏ ਪਾਸੇ ਰੋਮਾਂ ਦੀ ਬੇਅਦਬੀ ਕਰ ਦਿੱਤੀ ਹੈ, ਪੱਗਾਂ ਹੀ ਆਪੇ ਲਾ ਦਿੱਤੀਆਂ। ਤੇ ਜੇ ਸਾਰੇ ਹੀ ਪੱਗਾਂ ਤੇ ਦਾੜੀ ਕੇ ਸਾਬਤ ਸੂਰਤ ਕਾਇਮ ਰਹਿੰਦੇ ਤੇ ਪੱਗਾਂ ਦੇ ਮਸਲੇ 'ਚ ਖੜੇ ਹੀ ਨਾ ਸੋਣੇ। ਗੱਜ ਕੇ ਬੋਲੋ। ਹੁਣ ਉਹ ਕਹਿੰਦੇ ਆ ਪਾਸਪੋਰਟ ਦੇਖੋ, ਆ ਤੁਹਾਡੇ ਹੀ ਹੈ, ਇੱਕ ਮੈਂ ਪੱਗ ਦੀ ਮੰਗ ਕਰਦੇ ਹਾਂ, ਇੱਕ ਬਸ ਆ ਦੇਖ ਲਓ। ਫਿਰ ਉਹਦਾ ਉੱਤਰ ਕੀ? ਕੋਈ ਇਸ ਵਾਸਤੇ ਹੁਣ ਲੈ ਲਓ 550 ਸਾਲ ਦੇ ਨੇੜੇ ਆਪਾਂ ਪਹੁੰਚਣ ਵਾਲੇ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਹਾਲੇ ਤੱਕ ਜਟਾ ਝੂਠ ਨਹੀਂ ਹੋ ਸਕੇ ਤੇ ਨਸ਼ੇ ਦੀ ਬਿਮਾਰੀ ਨਹੀਂ ਲਾ ਸਕੇ, ਫੈਸ਼ਨ ਪ੍ਰਸਤੀ ਨਹੀਂ ਛੱਡ ਸਕੇ। ਬਾਕੀ ਸਿੱਖੀ ਸਿਧਾਂਤ ਗ੍ਰਹਿਣ ਕਰਨੇ ਉਹ ਤਾਂ ਬੜੇ ਕੀਮਤੀ ਆ, ਗੁਰੂ ਕੀ ਬਖਸ਼ਿਸ਼ ਨਾਲ ਇਹ ਚੀਜ਼ਾਂ ਮਿਲਦੀਆਂ। ਜਿੰਨਾ ਕੁ ਬੰਦਾ ਕਰ ਸਕਦਾ ਇਹ ਵੀ ਕਰਨ ਵਾਸਤੇ ਆਪਾਂ ਤਿਆਰ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰਸਿੱਖ ਸੀ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਮੇਰੇ ਤੇ ਆਰਾ ਫਿਰ ਰਿਹਾ, ਬੰਦ ਘੱਟ ਹੋ ਰਿਹਾ, ਖੋਪਰੀ ਲੈ ਰਹੀ, ਜਬੂਰਾਂ ਨਾਲ ਮਾਸ ਨੋਚਿਆ ਜਾ ਰਿਹਾ, ਇਹ ਬੜਾ ਦੁਸ਼ਟਰ ਆ, ਇਹ ਬੜਾ ਕਠਿਨ ਹੈ। ਮਹਾਰਾਜ ਐਰੜੀਆਂ ਪ੍ਰੀਖਿਆ ਵਾਸਤੇ ਸਾਨੂੰ ਸਿੱਖ ਬਣਾਇਆ ਸੀ। ਕਿਸੇ ਨੇ ਵੀ ਮਿਹਣੇ ਰੂਪ ਗੁਰੂ ਨੂੰ ਕੋਈ ਭਾਖਾ ਨਹੀਂ ਕਹੀ। ਉਹਨੇ ਕਿਹਾ ਸੱਤ ਹੋ ਰਿਹਾ ਜੋ ਵੀ ਆ, ਪ੍ਰਵਾਨ ਹੈ, ਤੇਰੇ ਭਾਣੇ 'ਚ ਹੈ। ਜਿਨ ਕੈ ਮਨ ਸਾਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੈ। ਅਸੀਂ ਹਰ ਚੀਜ਼ ਠੇਕੇਦਾਰੀ ਨਾਲ ਕਰਦੇ ਹਾਂ। ਸਾਡਾ ਕੰਮ ਹੋ ਜਾਏ ਫਿਰ ਤੇਰਾ ਅਖੰਡ ਪਾਠ ਕਰਾਵਾਂਗੇ, ਤੇਰਾ, ਉਹਦਾ ਕਰਨਾ ਆਪਣਾ ਨਹੀਂ। ਗੱਜ ਕੇ ਬੋਲੋ। ਜੇ ਬਣ ਜਾਏ ਤਾਂ, ਰੁੜ ਜਾਏ ਤਾਂ। ਵਿਸ਼ਵਾਸ 40 ਦਿਨ ਝਾੜੂ ਫੇਰਾਂਗੇ, 40 ਦਿਨ ਭਾਂਡੇ ਮਾਂਜਾਂਗੇ ਜਾਂ ਕੋਈ ਹੋਰ ਸੇਵਾ ਕਰਾਂਗੇ, ਇੰਨੇ ਦੀ ਦੇਗ ਕਰਾਵਾਂਗੇ। ਹੁਣ ਅੱਜ ਲਈ ਅਰਦਾਸ ਹੁੰਦੀ ਹੈ, ਅੱਜ ਫਲਾਣੇ ਵੱਲੋਂ ਦੇ ਗਿਆ, ਅੱਜ ਫਲਾਣੇ ਵੱਲੋਂ ਲੰਗਰ ਹੈ, ਤੇ ਗੁਰੂ ਦਾ ਲੰਗਰ ਤਾਂ ਹੋਇਆ ਹੀ ਨਾ, ਕਿ ਗੁਰੂ ਦੀ ਦੇਗ ਨਾ ਹੋਈ। ਅਸੀਂ ਇੰਨੇ ਅਮੀਰ ਹੋ ਗਏ ਹਾਂ ਕਿ ਗੁਰੂ ਦੇ ਘਰ ਵਿੱਚ ਸਾਡੇ ਵੱਲੋਂ ਹੋ ਰਿਹਾ। ਗੁਰੂ ਹੁਣ ਆਪਣੇ ਵੱਲੋਂ ਲੰਗਰ ਕਰਨ ਲਈ, ਦੇਗ ਲਈ ਸਮਰੱਥ ਨਹੀਂ ਰਹਿ ਗਿਆ। ਸਾਡੀ ਹਾਲਤ, ਜਦੋਂ ਤੂੰ ਹੁਣ ਇਹ ਚੀਜ਼ ਗੁਰੂ ਨੂੰ ਸੌਂਪ ਦਿੱਤੀ, ਤੇਰਾ ਇਹਦੇ ਤੇ ਸਵੱਤ ਕੀ ਹੈ? ਸਮੁੱਚੀ ਸੰਗਤ ਵੱਲੋਂ ਅਰਦਾਸ ਹੋਵੇ, ਸਮੁੱਚੀ ਸੰਗਤ ਵੱਲੋਂ ਲੰਗਰ ਹੋਵੇ। ਫਿਰ ਜੀ ਇਹਨੂੰ ਆ ਡਰਾਈਵਰੀ ਪਾਸ ਕੀਤੀ ਹੈ, ਅੱਜ ਬੱਚੇ ਦਾ ਜਨਮ ਦਿਨ, ਉਹਦੀ ਅਰਦਾਸ ਹੈ। ਤੇ ਗੁਰੂਆਂ ਦੇ ਅਵਤਾਰ ਪੁਰਬ ਭੁੱਲ ਗਏ, ਗੁਰੂਆਂ ਦੇ ਗੁਰਤਾ ਗੱਦੀ, ਗੁਰੂਆਂ ਦੇ ਸ਼ਹੀਦੀ, ਗੁਰੂਆਂ ਦੇ ਜੋਤੀ ਜੋਤ ਸਮਾਉਣ ਦੇ। ਹੁਣ ਆਪੋ ਆਪਣੇ ਜਨਮ ਮਰਨ ਦੇ ਦਿਨ ਮਨਾਉਣ ਲੱਗ ਪਏ। ਤੇ ਜਦੋਂ ਕੋਈ ਬੁੜਾ ਮਰ ਜਾਂਦਾ ਉਹਦਾ ਪਾਠ ਗਾ ਲੈਂਦੇ ਆ,
ਉਹਦੀ ਫੋਟੋ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਰੱਖ ਦਿੰਦੇ, ਗੱਜ ਕੇ ਬੋਲੋ। ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਰੱਖਣਗੇ ਉਹਦੀ ਫੋਟੋ। ਪਾਠ ਤੇ ਮਹਾਰਾਜ ਦਾ ਕੀਤਾ, ਫੋਟੋ ਇਹਦੀ ਰੱਖ ਦਿੱਤੀ। ਇਹ ਵਿਚਾਰਾਂ ਰੋਜ਼ ਚੱਲ ਰਹੀਆਂ, ਤੁਸੀਂ ਦੇਖੋ ਤੁਹਾਡੇ ਸਾਹਮਣੇ ਹੋ ਰਿਹਾ। ਕਿਹੜੀ ਕਿਹੜੀ ਗੱਲ ਦੱਸੀਏ। ਤੋ ਇਸ ਵਾਸਤੇ ਮਹਾਰਾਜ ਨੇ ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੈ ਗੁਰੂ ਤੇ ਫਿਰ ਗੁਰੂ ਨੂੰ ਦੇਖੋ, ਗੁਰੂ ਦਾ ਦਰਸ਼ਨ ਕਰੋ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤੇ ਸਾਹਮਣੇ ਤਾਂ ਦੂਜਾ ਲੈ ਆਉਂਦਾ, ਤੇ ਗੁਰੂ ਨਾਲੋਂ ਵੱਡਾ ਜਿਹੜਾ ਗੁਰੂ ਮੂਹਰੇ ਲਿਆ ਕੇ ਰੱਖਦਾ। ਪਿਆਜੀ ਦਾ ਦਰਸ਼ਨ ਕਰੋ। ਅੱਜ ਗੁਰੂ ਦੇ ਦਰਸ਼ਨ ਦੀ ਲੋੜ ਨਹੀਂ। ਜਿਹਦਾ ਵੀ ਪਾਠ ਰੱਖਿਆ, ਜਿਹਦੇ ਨਿਮਿਤ ਮਰਨੇ ਤੇ ਉਹਦੀ ਫੋਟੋ ਰੱਖ ਦਿੰਦੇ। ਜਦੋਂ ਮਰ ਗਿਆ ਕਹਿੰਦੇ ਜੀ ਉਹ ਫਲਾਨਾ ਪੂਰਾ ਹੋ ਗਿਆ, ਸਾਰੀ ਉਮਰ ਅਧੂਰਾ ਰਿਹਾ, ਅੱਜ ਮਰ ਕੇ ਪੂਰਾ ਹੋ ਗਿਆ। ਜਿਹੜਾ ਸਾਰੀ ਉਮਰ ਵਿੱਚ ਕਈ ਜਨਮਾਂ 'ਚ ਪੂਰਾ ਨਹੀਂ ਹੋ ਸਕਿਆ, ਤੇ ਅੱਜ ਪੂਰਾ ਕਿਵੇਂ ਹੋ ਗਿਆ? ਸਾਡੀ ਸ਼ਬਦਾਵਲੀ ਲਓ, ਜਦੋਂ ਮਰ ਜਾਏ ਉਹ ਹੁਣ ਸੱਚਖੰਡ ਵਾਸੀ ਹੋ ਗਿਆ। ਜੀਂਦਾ ਨਰਕ ਖੰਡ ਵਾਸੀ ਰਿਹਾ, ਤੇ ਮਰਨ ਤੋਂ ਬਾਅਦ ਸੱਚਖੰਡ ਵਾਸੀ ਹੋ ਗਿਆ। ਜਿੰਨਾ ਚਿਰ ਹਿਰਦੇ ਵਿੱਚ ਸੱਚ ਨਹੀਂ ਆਉਂਦਾ, ਉਹ ਸੱਚੇ ਖੰਡ ਵਿੱਚ ਉਹਦਾ ਨਿਵਾਸ ਕਿਵੇਂ ਹੋਏਗਾ? ਹਜ਼ੂਰ ਪਾਤਸ਼ਾਹ ਕਹਿੰਦੇ ਆ, ਜਿਨ ਕੈ ਮਨ ਸਾਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ, ਸੱਚਾ ਭਰੋਸਾ ਹੈ। ਪੇਖ ਪੇਖ ਸੁਆਮੀ ਕੀ ਸੋਭਾ, ਉਹ ਫਿਰ ਦੇਖ ਦੇਖ ਕੇ ਸੁਆਮੀ ਮਾਲਕ ਦੀ ਜਿਹੜੀ ਸੋਭਾ ਵਡਿਆਈ ਹੈ। ਆਨੰਦ ਸਦਾ ਉਲਾਸ, ਉਹਨਾਂ ਦੇ ਮਨ ਸਦਾ ਆਨੰਦ ਆਉਂਦਾ, ਤੇ ਸਦਾ ਉਲਾਸ ਮੈਨੇ ਉਤਸ਼ਾਹ ਹੁੰਦਾ। ਉਹ ਗੁਰੂ ਦੀ ਵਡਿਆਈ ਦੇਖ ਕੇ, ਗੁਰੂ ਦੀ ਸੋਭਾ ਦੇਖ ਕੇ ਬਹੁਤ ਖੁਸ਼ ਹੁੰਦੇ ਆ। ਤੇ ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਅਸੀਂ ਬਹੁਤ ਘੱਟ ਪਹੁੰਚਦੇ ਹਾਂ। ਫਿਰ ਬਾਪੂ ਆਪਣਾ ਮੂਹਰੇ ਰੱਖ ਲਿਆ। ਜਿਹੜਾ ਕੋਈ ਜਥੇਬੰਦੀ ਹੈ ਉਹਦੇ ਮੁਖੀ ਨੂੰ ਜ਼ਿਆਦਾ ਪਹਿਲਕਦਮੀ ਵੀ ਦਿੰਦੇ ਹਾਂ, ਤੇ ਜਿਹਦੀ ਕਿਰਪਾ ਨਾਲ ਸਾਰਾ ਹੋ ਰਿਹਾ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਦਾ ਨਾਂ ਹੀ ਨਹੀਂ ਲੈਂਦੇ, ਉਹਨੂੰ ਭੁਲਾਈ ਜਾਂਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਹੜੇ ਗੁਰਮੁਖ ਆ ਉਹ ਦੇਖ ਦੇਖ ਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਰੂ ਦੀ ਸੋਭਾ ਨੂੰ ਔਰ ਆਨੰਦ ਔਰ ਉਤਸ਼ਾਹ ਦੇ ਸਹਿਤ ਸਦਾ ਵਾਸਤੇ ਹੋ ਜਾਂਦੇ ਹਨ। ਰਾਹ ਚਰਨ ਸਰਨ ਪੂਰਨ ਪਰਮੇਸ਼ਰ, ਜਿਹੜਾ ਪੂਰਨ ਪਰਮੇਸ਼ਰ ਹੈ, ਜਿਹਦੇ 'ਚ ਅਧੂਰਾਪਨ ਨਹੀਂ, ਸਾਰੇ ਐਸ਼ਵਰਜਾਂ ਦਾ ਮਾਲਕ ਅਤੇ ਬਖਸ਼ਣ ਵਾਲਾ ਸਭ ਨੂੰ, ਉਹਦੀ ਚਰਨ ਸ਼ਰਨ ਵਿੱਚ ਆਏ ਹਾਂ। ਉਹਦੇ ਚਰਨਾਂ 'ਚ ਆ ਕੇ ਉਹਦੀ ਸਰਣਾਗਤੀ ਜਿਹੜੀ ਹੈ ਉਸ ਨੂੰ ਗ੍ਰਹਿਣ ਕੀਤਾ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਉਹ ਕਿਰਪਾ ਦਾ ਨਿਧੀ ਖਜ਼ਾਨਾ ਰੂਪੀ ਹੈ, ਦਿਆਲੂ ਹੈ। ਉਹਦੀ ਸ਼ਰਨ ਵਿੱਚ ਆਏ ਹਾਂ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਉਹਦੀ ਸ਼ਰਨ ਵਿੱਚ ਆਏ ਹਾਂ। ਉਹਦੀ ਸ਼ਰਨ ਜਿਨ ਗ੍ਰਹਿਣ ਕਰ ਲਈ, ਫਿਰ ਸਿੰਘ ਸਰਨ ਕਤ ਜਾਈਆ, ਜੋ ਜੰਬਕ ਗਰਾਸੈ। ਜੇ ਸ਼ੇਰ ਦੀ ਸ਼ਰਨ ਜਾ ਕੇ ਜੰਬਕ ਗਿੱਦੜਾਂ ਦਾ ਹੀ ਡਰ ਰਿਹਾ, ਤੇ ਫਿਰ ਸ਼ੇਰ ਦੀ ਸ਼ਰਨ ਜਾਣਾ ਹੀ ਕੱਲ੍ਹ। ਕਈ ਬੜੇ ਦੁੱਖ ਨਾਲ ਗੱਲ ਕਹਿਣੀ ਪੈਂਦੀ, ਮਾਫ਼ ਕਰਿਓ। ਕਈਆਂ ਨੇ ਅੰਮ੍ਰਿਤ ਛਕਿਆ, ਦੁਆਂ ਦੀ ਤਾਂ ਗੱਲ ਛੱਡੋ, ਕਹਿੰਦੇ ਜੀ ਸਾਨੂੰ ਕੋਈ ਚੀਜ਼ ਸਾਡਾ ਪਿੱਛਾ ਨਹੀਂ ਛੱਡਦੀ। ਬੇਨਤੀ ਕੀਤੀ ਵੀ ਇੱਥੇ ਸ਼ੇਰ ਬੈਠਾ ਹੋਵੇ, ਕੁੱਤਾ ਆ ਜਾਂ ਗਿੱਦੜ ਆ ਜਾਏਗਾ, ਅਗੇ ਜੀ ਉੱਥੇ ਤਾਂ ਨਹੀਂ ਆ ਸਕਦਾ। ਤੇ ਮੈਂ ਕਿਹਾ ਜੇ ਤੁਹਾਡੇ ਹਿਰਦੇ 'ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਿ ਜਾਣ, ਉੱਥੇ ਭੂਤਨਾ ਕਿਵੇਂ ਆਏਗਾ? ਭੂਤ ਆ ਜਾਏਗਾ, ਪ੍ਰੇਤ ਆ ਜਾਏਗਾ, ਚੜੇਲ ਆ ਜਾਏਗੀ। ਇਹਦਾ ਮਤਲਬ ਸਾਡਾ ਹਿਰਦਾ ਹਾਲੇ ਗੁਰੂ ਮਹਾਰਾਜ ਦੇ ਪਿਆਰ ਤੋਂ ਸੁੰਝਾ ਆ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਗੁਰੂ ਦੇ ਪਿਆਰ ਨਾਲ ਲਬਾਲਬ ਭਰ ਲਿਆ, ਉਹਦੇ ਅੰਦਰ ਦੂਜੀ ਚੀਜ਼ ਸਮਾਉਣ ਲਈ ਤਾਂ ਥਾਂ ਹੀ ਨਹੀਂ ਰਹਿੰਦੀ। ਅੱਜ ਕੱਲ੍ਹ ਭੂਤ ਨੂੰ ਬੜਾ ਸਮਝਦੇ। ਉੱਥੇ ਜੀ ਬੇਰ ਸਾਹਿਬ, ਮਾਫ਼ ਕਰਿਓ, ਰਾਗੀ ਸੀ,
ਉਹਦੀ ਮਾਤਾ ਪਰਿਕਰਮਾ ਕਰੇ, ਉਹ ਉੱਥੇ ਪੀਰ ਦੀ ਕਬਰ 'ਤੇ ਦੀਵਾ ਬਾਲਿਆ ਕਰੇ। ਉਹ ਕੁਦਰਤੀ ਮੈਂ ਕਿਹਾ ਤੂੰ ਰਾਗੀ ਸਿੰਘ ਦੀ ਮਾਈ ਹੈ ਅਤੇ ਕਿਰਪਾਨ ਵੀ ਪਾਈ ਹੈ, ਤੂੰ ਕਬਰ 'ਤੇ ਜਾ ਕੇ ਦੀਵਾ ਬਾਲਦੀ ਹੈ, ਇਹ ਕੰਮ ਨਾ ਕਰਿਆ ਕਰ, ਤੈਨੂੰ ਸੋਭਦਾ ਨਹੀਂ। ਤੁਹਾਡਾ ਰੋਟੀ ਪਾਣੀ ਵੀ ਇਸ ਗੁਰੂ ਘਰ 'ਚੋਂ ਹੀ, ਜਿਹੜੇ ਘਰ 'ਚੋਂ ਸਭ ਕੁਝ ਮਿਲਦਾ ਉਹਦੇ ਘਰ ਨੂੰ ਛੱਡ ਕੇ ਕਬਰਾਂ 'ਤੇ ਤੂੰ ਦੀਵਾ ਬਾਲਦੀ ਹੈ। ਮਹਾਰਾਜ ਦਾ ਹੁਕਮ ਹੈ, ਗੋਰ ਮਾੜੀ ਮੱਠ ਭੂਲ ਨਾ ਮੰਨੇ, ਖਾਲਸਾ ਤਾਂ ਮੈਂ ਖਾਲਸ ਜਾਣੇ। ਕਹਿੰਦੀ ਜੀ ਫਿਰ ਮੈਨੂੰ ਪੀਰ ਕੁਝ ਕਹੂਗਾ ਤਾਂ ਨਾ, ਗੱਜ ਕੇ ਬੋਲੋ। ਮੈਂ ਕਿਹਾ ਅਸੀਂ ਵੀ ਪੀਰਾਂ 'ਚ ਹੀ ਹਾਂ, ਜੇ ਤੇਰਾ ਪੀਰ ਕੋਈ ਕਹੂਗਾ ਤੇ ਸਾਡਾ ਨਾਂ ਲੈ ਦੇ ਪੀਰ ਨੂੰ, ਗੱਜ ਕੇ ਬੋਲੋ। ਪੀਰਾਂ ਦਾ ਡਰ ਆ ਜਿਹੜਾ ਜਾਹਰ ਪੀਰ ਜਗਤ ਗੁਰ ਬਾਬਾ, ਜਿਹਦੇ ਅੱਗੇ ਸਾਰੇ ਪੀਰ ਝੁਕ ਪਏ। ਕੋਈ ਦੁਨੀਆ ਦਾ ਪੀਰ ਸਿੱਧ ਨਹੀਂ ਹੋਇਆ ਜਿਹੜਾ ਮਹਾਰਾਜ ਅੱਗੇ ਨਹੀਂ ਝੁਕਿਆ, ਉਹਨੂੰ ਜਗਤ ਗੁਰੂ ਕਿਹਾ। ਅੱਜ ਸਾਡਾ ਉੱਤੇ ਵਿਸ਼ਵਾਸ ਨਹੀਂ, ਸਾਡਾ ਭਰੋਸਾ ਨਹੀਂ ਰਹਿ ਗਿਆ। ਇੱਕ ਦਿਨ ਹਾਸੇ ਦੀ ਗੱਲ ਹੈ ਜੀ, ਤੇ ਦੋ ਪ੍ਰੇਮੀ ਆ ਗਏ, ਇੱਕ ਵਕੀਲ ਸੀ ਤੇ ਇੱਕ ਉਹਦਾ ਪਿਓ ਸੀ। ਕਹਿੰਦਾ ਬਾਬਾ ਜੀ ਬੇਨਤੀ। ਮੈਂ ਕਿਹਾ ਦੱਸੋ। ਕਹਿੰਦੇ ਜੀ ਇੱਕ ਪੀਰ ਸਾਡਾ ਖਹਿੜਾ ਨਹੀਂ ਛੱਡਦਾ। ਮੈਂ ਕਿਹਾ ਤੂੰ ਵਕੀਲ ਆ, ਉਹਦੇ ਨਾਲ ਕਾਨੂੰਨ ਦੀ ਲੜਾਈ ਲੜ ਲੈਣੀ ਸੀ। ਕਹਿੰਦਾ ਜੀ ਪੀਰ ਅੱਗੇ ਕਾਨੂੰਨ ਨਹੀਂ ਚੱਲਦਾ। ਮੈਂ ਕਿਹਾ ਤੂੰ ਵਕੀਲ ਆ, ਉਹਨਾਂ ਵਕਾਲਤ ਕਰ ਲੈਣੀ ਸੀ ਪੀਰ ਦੇ ਨਾਲ। ਵਕੀਲਾਂ ਕੋਲ ਤਾਂ ਬਹੁਤ ਕਾਨੂੰਨ ਹੁੰਦੇ ਆ, ਉਹ ਕਾਨੂੰਨ ਨਾਲ ਢਾਹ ਲੈਂਦੇ ਆ ਬੜੇ ਬੜਿਆਂ ਨੂੰ, ਪੀਰ ਨਾਲ ਕਾਨੂੰਨ। ਕਹਿੰਦਾ ਜੀ ਪੀਰ ਅੱਗੇ ਕਾਨੂੰਨ ਨਹੀਂ ਚੱਲਦਾ। ਮੈਂ ਹੱਸਦੇ ਨੇ ਕਿਹਾ, ਮੈਂ ਕਿਹਾ ਪੀਰ ਫੇਰ ਵੀ ਚੰਗਾ, ਪੀਰਾਂ ਕੋਲੇ ਘੇਰ ਕੇ ਲਿਆਇਆ, ਇਹ ਬੁਰੇ ਪਾਸੇ ਨਹੀਂ ਲੱਗਿਆ, ਇਹ ਵੀ ਪੀਰ ਚੰਗਾ, ਪੀਰਾਂ ਦਾ ਹੀ ਪੱਖ ਲਿਆ। ਮੈਂ ਕਿਹਾ ਪੀਰ ਨੂੰ ਕਹਿ ਦਿੰਦੇ ਭਾਈ ਨੂੰ ਤੰਗ ਨਾ ਕਰੇ, ਤੂੰ ਖੰਡੇ ਵੱਟ ਦਾ ਅੰਮ੍ਰਿਤ ਛਕ ਲਾ, ਵੱਡੇ ਪੀਰ ਦੀ ਸ਼ਰਨ ਲੈ ਲਾ। ਤੇ ਫਿਰ ਮੰਨਣਾ ਪਿਆ, ਅੰਮ੍ਰਿਤ ਛਕਣਾ ਪਿਆ। ਕਹਿਣ ਤੋਂ ਭਾਵ ਦੇਖ ਲਓ, ਅੱਜ ਪੜ੍ਹੇ ਲਿਖੇ ਵਿਅਕਤੀ, ਅਨਪੜ੍ਹਾਂ ਦੀ ਤਾਂ ਗੱਲ ਛੱਡੋ, ਉਹਨਾਂ ਦੇ ਮਨ 'ਚ ਵੀ ਐਸੇ ਭਰਮ ਭੂਤ ਨੇ ਬੜੇ ਹੋਏ ਹੈ, ਅਸੀਂ ਗੁਰੂ 'ਤੇ ਵਿਸ਼ਵਾਸ ਨਹੀਂ ਕਰਦੇ। ਹਾਲੇ ਤੱਕ ਸਾਨੂੰ ਸੱਚੇ ਪਾਤਸ਼ਾਹ ਦੀ ਮਹਾਨਤਾ ਦਾ ਗਿਆਨ ਨਹੀਂ ਹੋਇਆ। ਜਿਸ ਗੁਰੂ ਮਹਾਰਾਜ ਨੇ ਕਿੰਨਾ ਸਮਾਂ ਸਾਡੇ ਲਈ ਲਾਇਆ, ਕਿੰਨੀਆਂ ਘਾਲਣਾ ਕੁਰਬਾਨੀਆਂ, ਕੀ ਕੁਝ ਕੀਤਾ, ਤੇ ਗੰਗੂ ਨੇ ਕਿੰਨੇ ਸਾਲ ਰੋਟੀਆਂ ਖਾਧੀਆਂ। ਤੇ ਜੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੋਟੀ ਖਿਲਾਉਣੀ ਪਈ, ਉਹ ਵੀ ਔਖੀ ਹੋ ਗਈ। ਗੱਜ ਕੇ ਬੋਲੋ। ਇੱਕ ਡੰਗੇ ਹੀ ਆਦਮਖੋਰ ਜੀ ਲੁਕੋ ਲਈ। ਮਾਤਾ ਜੀ ਕਹਿੰਦੇ ਕੋਈ ਨਹੀਂ ਗੰਗਿਆ, ਸਾਂਭਲਾ ਜੀ, ਹੋਰ ਮਾਇਆ ਤੇ ਦੇ ਦਿਆਂਗੇ, ਅਸੀਂ ਕਿਹੜਾ ਤੇਰੇ ਕੋਲ ਬੈਠੇ ਰਹਿਣਾ, ਤੂੰ ਆਪੇ ਹੀ ਲਿਆਇਆ, ਅਸੀਂ ਆਏ ਵੀ ਹੈ ਨਹੀਂ। ਦੇਖ ਲਓ ਇੱਕ ਡੰਗ, ਉਹ ਵੀ ਬਹੁਤ ਔਖਾ। ਆਪ ਕਿੰਨੇ ਸਾਲ, ਜੇ ਸਾਡੇ ਤੇ ਸਮਾਂ ਬਣ ਜਾਏ, ਅਸੀਂ ਇੱਕ ਡੰਗ ਵੀ ਬਹੁਤ ਔਖਾ। ਗੁਲਾਬੇ ਸ਼ਾਮੀ ਕੋ ਗਏ, ਕਹਿੰਦੇ ਮਹਾਰਾਜ ਫੌਜ ਫਿਰਦੀ, ਹੁਣ ਗਾਹਾਂ ਹੋ ਜਾਓ। ਪਰ ਗਨੀ ਨਵੀ ਦੇ ਹਲੋ ਹਲੇ ਮੌਕਾ ਸਾਂਭਿਆ ਹੈਗੇ ਵੀ। ਸੋ ਇਸ ਵਾਸਤੇ ਪ੍ਰੇਮੀਓ, ਵਿਸ਼ਵਾਸ ਭਰੋਸਾ ਗੁਰੂ ਤੇ, ਗੁਰੂ ਮਹਾਰਾਜ ਦੇ ਉੱਤੇ। ਇੱਥੇ ਸੜਕਾਂ ਦੇ ਚਰਾਂ ਦੇ ਵਿੱਚ ਆ ਕਈ ਟੂਣੇ ਕਰਦੇ, ਇਹ ਟੂਣੇ ਇੱਥੇ ਵੀ ਆ ਗਏ, ਫਰੇਜਾਂ 'ਚ ਰੱਖ ਜਾਂਦੇ ਜੀ। ਉੱਥੇ ਅਸੀਂ ਗਿਆ ਕਨੇਡੇ, ਉਹ ਮਾਈਆਂ ਫਰਿੱਜ ਨਾਲ ਖੋਲ੍ਹਣ ਲੰਗਰ 'ਚ। ਮੈਂ ਕਿਹਾ ਕੀ ਗੱਲ? ਕਹਿੰਦੇ ਜੀ ਵਿੱਚ ਟੂਣਾ ਕਰਕੇ ਰੱਖ ਦਿੰਦੇ ਆ। ਗੱਜ ਕੇ ਬੋਲੋ। ਆ ਦੇਖ ਲਓ ਅਸੀਂ ਕਿੱਧਰ ਤੁਰੇ ਹੋਏ, ਫਰਿੱਜਾਂ 'ਚ ਆ ਕੇ ਟੂਣੇ ਕਰਦੇ, ਮਾਈਆਂ ਡਰਦੀਆਂ, ਉਹ ਲੰਗਰ ਨਹੀਂ ਪਕਾਉਂਦੀਆਂ। ਮੈਂ ਕਿਹਾ ਮਾਈਓ ਉਹੀ ਮਾਂ ਜਿਹਨਾਂ ਦੀ ਦਾਲ ਬਣਾਉਣੀ ਆ, ਜਿਹੜੇ ਅੱਗ ਤੇ ਰਾਸਤੇ ਤੇ ਟੂਣਾ ਵਿੱਚੇ ਦੌੜ ਜਾਊ। ਗੱਜ ਕੇ ਬੋਲੋ। ਉਹ ਮਾਹਾਂ ਦੀ ਦਾਲ ਨੂੰ ਐਟਮ ਬੰਬ ਸਮਝਦੀਆਂ, ਡਰਦੀਆਂ। ਜਾਂ ਪੀਲੀ ਚੀਜ਼ ਰੱਖ ਕੇ ਜਾਣਗੇ ਮੰਗਲਵਾਰ ਜਾਂ ਵੀਰਵਾਰ, ਉਹ ਪਤਾ ਨਹੀਂ ਕਿਹੜੇ ਦੱਸਦੇ, ਜਾਂ ਵਿੱਚ ਸਬਜ਼ੀ ਲੈ ਕੇ ਨਾ ਸੂਈਆਂ ਘਬੋ ਕੇ ਰੱਖ ਦੇਣੀ। ਇੱਥੇ ਵੀ ਸ਼ਾਇਦ ਇਹੋ ਜਿਹਾ ਕੰਮ ਹੁੰਦਾ ਹੋਵੇ। ਉਹ ਗੁਰਦੁਆਰਿਆਂ ਵਿੱਚ ਆ ਕੇ ਅਸੀਂ ਕਰਦੇ ਹਾਂ। ਇੱਕ ਪਾਸੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤਾਖਿਆ। ਹੁਣ ਤੁਸੀਂ ਦੇਖ ਲਓ ਕਿ ਅਸੀਂ ਮਹਾਰਾਜ ਤੇ ਕਿੰਨਾ ਕੁ ਭਰੋਸਾ ਕਰ ਰਹੇ ਹਾਂ। ਗੁਰਦੁਆਰੇ ਦੇ ਲੰਗਰਾਂ ਵਿੱਚ ਆ ਕੇ, ਜਿਹੜਾ ਗੁਰਦੁਆਰੇ ਆ ਕੇ ਕਿਸੇ ਦਾ ਬੁਰਾ ਸੋਚਦਾ, ਜੇ ਘਰ ਪਾਪ ਕਰੋਗੇ ਕਿਸੇ ਸੰਤ ਦੇ ਡੇਰੇ ਬਖਸ਼ਾ ਲਓਗੇ।
जे संत दे डेरे कीता तो बेर साहब बख्शा लोगे जां अमृतसर बख्शा लोगे, जे जाके अमृतसर साहब करोगे फिर बख्शाउण नूं थां है कोई? कहते थां ही कोई। गुरुद्वारे आके जिहड़ा बाहर गलती करो इत्थे बख्शा दो, जिहड़ा महाराज चरणों च आके करदा वो कित्थे बख्शाओ? ये गल्लां छड्ड देणियां चाहीदियां। जिहड़ा सीधा रस्ता महाराज ने दिता गुरमत गाड़ी राह ਉਹਦੇ ਤੇ ਚੱਲਣਾ ਚਾਹੀਦਾ। ਅਸੀਂ ਅੱਜ ਦੁਖੀ ਤਾਂ ਹੀ ਆ ਕਿ ਜਿਹੜਾ ਵੀ ਕੰਮ ਕਰਦੇ ਦੇਖ ਕਰਾਉਣੀ ਹੈ ਮੇਰੀ ਖਾਜ ਹਟ ਜਾਏ, ਤੇ ਜਿਹੜਾ ਖਾਊ ਉਹਦੇ ਤਾਂ ਹੋਊਗੀ, ਜਿਹੜਾ ਖਾਏਗਾ ਉਹਦੇ ਹੋਏਗੀ, ਤੇ ਜਿਹੜਾ ਕਿਸੇ ਦਾ ਬੁਰਾ ਸੋਚਦਾ ਉਹਦਾ ਭਲਾ ਦੱਸੋ ਕਿਵੇਂ ਹੋਊਗਾ। ਲੰਗਰ ਕਰਾਉਣਾ ਦੇਖ ਕਰਾਉਣੀ ਹੈ ਨਿਸ਼ਕਾਮ। ਪਾਤਸ਼ਾਹ ਦਾ ਹੁਕਮ ਕੀ ਹੈ? ਕਰਮ ਕਰਤ ਹੋਵੇ ਨਿਸ਼ਕਰਮ ਤਿਸ ਵੈਸਨੂ ਕਾ ਨਿਰਮਲ ਧਰਮ, सेवा कर तुहे निहकामी तिसको होत प्राप्त स्वामी। बाणी की कहती है असीं की करते? वो महापुरखा आरपालों के एक बारी माई एक घ्यो लाए ते संत कहन लगे इनू पाइओ नदी च दबिओ। वो कई मारे देसी घ्यो सानू दे दिओ, कहते इन्हां दे कोढ़ होया सी वो लिआए, ये कोढ़ है पाक राजा खा लो दे लो तजर्बा, ये जूझ बना न पिओ। अजकल असीं देख लो अपना दुख जिहड़ा दूए दे गल पाउणा चाहुंदे आ, ਉਹਨੂੰ सेवा करके सिमरन करके बाणी पढ़ के ਉਹਦੀ निवृत्ति नहीं चाहुंदे, ਜਾਂ पाठ रखाता उत्थे कोई सेवा नहीं करनी, कोई बाणी नहीं पढ़नी। सो इस वास्ते महाराज सच्चे पातशाह सानू दसदे आ जिन कै मन साचा विश्वास, जिन्हां दे मन च सच्चा विश्वास, कहंदे ना वो सिख ते सिखणी, सिखणी दा मन्ने देवी नूं, सिख मन्ने महाराज। आनंदपुर साहब चल पिया रास्ते जिथे थाने दा पत्तने हुण तां पुल बन गया, अगे बेड़ी पैंदी हुंदी सी, बेड़ी जा रहा वो कहंदा ये बच्चा जिहड़ा मैनूं महाराज ने दिता, ਉਹਦੇ घर वाली कहती मैनू नैना देवी ने दिता, वो कहता जे नैना देवी दिता मैं रखने, इन कल भदन करवाने मैनू लीह के लाने, मैं करना की? उन्होंने खो के जी दरिया के विच सुट दिता। हुण आ गया दरिया डूंगा सी, ते महाराज को आके रोंदी है पिटदी है, महाराज तुहाडे सिख काहदे ना काम कीता, बच्चा ना लखी ना करोड़ी। महाराज कहते क्यों भाई? कहते महाराज आ चर्चा छिड़ी सी, ये कहती देवी ने दिता, मैं कहना तुसीं दिता, जेदा तुसीं दिता तुसीं दे दिओ, देवी ने दिता देवी दे दे। महाराज कहते सिखा आह ही बच्चा तुहाडा, कहते दा देवी ने दिता। फिर उन्होंने अमृत छकना पिया सी, अमृत ते आला संधा सुन लो पटियाली जिहदे नाम ते पट्टी आला, हुण सीधा पटियाला बन गया, आले दी पट्टी पत्ती। पिंड का पहला नाम तो लैल सी, 9वें पातशाह चरण पाए उदों होया सारा कुछ। सो इहदे होया तो फतो वो सखी सुल्तान नूं मन्ने दीवा कबर ते बाले, बचा होया वो कहंदी सखी सुल्तान दिता, वो आले ने अरदास कराती ये मर जाए, वो मर गया। कहंदे बच्चा मर गया, कहंदे तू अपने पीर तो जींदा करा दे, होवे किथों? फिर पंजां सिंघां तो अरदास करी उठ के बह गया। फिर फतो ने अमृत छकिया ते फतेह कौर बनी सी। पुराने गुरसिखां दीयां गल्लां अज देखो साडे मन विच विश्वास ते भरोसे की इन्नी कमी हो गई, ना मां पे ते विश्वास है, ना कि साधु संत ना गुरु महाराज ते, ना गुरु के निशान, ना गुरबाणी दे उत्ते किंतु परंतु दे जोर है। हुण इहनूं अपने आप ते भी विश्वास नहीं रहा, बीबी नूं विश्वास नहीं पति मैनूं निभावेगा मेरे नाल, पत्नी नूं पति नूं विश्वास नहीं पत्नी निभाऊगी, माँ पे नूं विश्वास पे औलाद साडे नाल निभाऊगी, राजे नूं विश्वास परजा निभाऊगी, परजा नूं नहीं कि राजा साडे नाल निभाऊगा, उस्ताद नूं नहीं कि विद्यार्थी निभाऊगा, विद्यार्थी नूं उस्ताद। कोई एक रागी सिंह है साडे, वो कहंदा जिन्नियां नूं मैं जोड़ी सिखाली है हूँ तो बहुत करड़ा जहा शब्द के हूँ मारे ताबिया बैठा गज के बोलो यहो जे भैड़े शब्द दे लो अजकल विद्यार्थी उस्तादां वास्ते वरतदे
ਜਿਹਦੋਂ ਗੁਣ ਸਿੱਖਿਆ ਵਿਦਿਆ ਲਈ ਸਤਿਕਾਰ ਕਰਨਾ ਤਾਂ ਦੂਰ ਦੀ ਗੱਲ ਹੈ। ਸੋ ਇਸ ਵਾਸਤੇ ਢਾਂਚਾ ਇਸ ਤਰ੍ਹਾਂ ਹਿਲਿਆ ਹੋਇਆ ਇਸ ਵੇਲੇ। ਪਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੀ ਵਿਚਾਰ ਤਾਂ ਹੀ ਦੱਸਦੇ ਕਿ ਸਾਡੇ ਅੰਦਰ ਇਹ ਚੀਜ਼ ਪੁਨਰ ਸਰਜੀਤ ਹੋ ਜਾਏ, ਪੈਦਾ ਹੋ ਜਾਏ। ਰਹਾਉ ਚਰਨ ਸਰਨ ਪੂਰਨ ਪਰਮੇਸ਼ਰ, ਉਹ ਪੂਰਨ ਤੌਰ ਤੇ ਪਰਮੇਸ਼ਰ ਦੀ ਚਰਨ ਸ਼ਰਨ ਗ੍ਰਹਿਣ ਕਰਦੇ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਆਗੇ ਹੋਏ ਪਤ ਗੁਰ ਲੇਤ। ਪਰ ਜੇ ਵਿਸ਼ਵਾਸ ਹੋ, ਅੰਤਰਜਾਮੀ ਸਾਖਿਓ, ਉਹ ਅੰਤਰਜਾਮੀ ਹੈ, ਸਾਰਿਆਂ ਦਾ ਸਾਖੀ ਹੈ। ਦੁੱਖ ਵਿੱਚ ਸਾਡੀ ਉਹ ਸਾਖੀ ਗਵਾਹੀ ਭਰਦਾ ਹੈ ਕਿ ਮੇਰਾ ਸਿੱਖ ਹੈ। ਜਮਦੂਤਾਂ ਨੂੰ, ਜਮਦੂਤ ਨੇੜੇ ਨਹੀਂ ਜਾਂਦੇ। ਔਰ ਆਖਰੀ ਬੇਨਤੀ ਹੈ ਭਾਈ, ਜਾਨ ਬੂਝ ਆਪਣਾ ਕੀਓ ਨਾਨਕ। ਉਹਨਾਂ ਨੂੰ ਆਪਣਾ ਜਾਣ ਕੇ, ਬੁੱਝ ਕੇ, ਵਿਚਾਰ ਕੇ ਆਪਣਾ ਬਣਾ ਲਿਆ। ਭਗਤਨ ਕਾ ਅੰਕਰ ਰੱਖਿਓ, ਭਗਤਾਂ ਦੇ ਅੰਦਰ ਭਗਤੀ ਦਾ ਬੀਜ ਰੱਖ ਲਿਆ। ਜੇ ਭਗਤ ਤੇ ਸੰਕਟ ਆਇਆ, ਭਗਤ ਦਾ ਬੀਜ ਰੱਖਿਆ, ਭਗਤ ਨੂੰ ਖਤਮ ਨਹੀਂ ਹੋਣ ਦਿੱਤਾ। ਰੋਜ਼ ਪੜ੍ਹਦੇ ਹਾਂ ਆਸਾ ਦੀ ਵਾਰ ਤੋਂ ਬਾਅਦ, ਹਰ ਜੋਗ ਜੋਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੇ ਕੋਈ ਭਗਤ ਬਣ ਜਾਏ, ਭਗਤਨ ਕਾ ਅੰਕਰ ਰੱਖ ਲਓ। ਭਗਤਾਂ ਦੇ ਅੰਦਰ ਭਗਤੀ ਦਾ ਅੰਕਰ ਜਿਹੜਾ ਸੀ ਨਾ, ਉਹ ਕਾਇਮ ਰੱਖ ਲਿਆ। ਜਦੋਂ ਬੀਜ ਫੁੱਟਦਾ, ਉਹਦੇ ਅੰਦਰੋਂ ਅੰਗੂਰ ਫੁੱਟਦਾ, ਉਂਗਲੀ ਨਿਕਲਦੀ। ਉਹ ਮਹਾਰਾਜ ਉਹਦੀ ਲਾਜ ਰੱਖਦੇ ਆ ਭਾਈ, ਉਹਨਾਂ ਦਾ ਅੰਗ ਕਰਦੇ ਆ, ਉਹਨਾਂ ਦਾ ਪੱਖ ਲੈਂਦੇ ਆ, ਉਹਦਾ ਬੀਜ ਰੱਖਦੇ ਆ। ਭਗਤ ਨੂੰ ਖਤਮ ਨਹੀਂ ਹੋਣ ਦਿੰਦੇ, ਕਿਉਂਕਿ ਉਹਦੇ ਅੰਦਰ ਭਗਤੀ ਦੀ ਬਰਕਤ ਹੁੰਦੀ ਹੈ। ਸੋ ਇਸ ਵਾਸਤੇ ਗੁਰੂ ਨੂੰ ਪਿਆਰਿਓ, ਗੁਰਬਾਣੀ ਤੇ ਹਰ ਪੱਖ ਤੋਂ ਸਾਨੂੰ ਬਹੁਤ ਵੱਡੀ ਕਿਰਪਾ ਕਰਕੇ ਸਿਕਸ਼ਾ ਦੇ ਰਹੀ ਹੈ। ਮਾਤਾ ਪਿਤਾ ਵਤ ਦੇ ਲੋਰੀਆਂ ਦੇ ਦੇ ਕੇ ਪਾਲਦੀ ਹੈ, ਸਿਕਸ਼ਾ ਦਿੰਦੀ ਹੈ। ਤੇ ਜੇ ਸਤਿਗੁਰੂ ਜੀ ਦੀ ਏਡੀ ਵੱਡੀ ਕਿਰਪਾ ਹੋਣ ਦੇ ਬਾਵਜੂਦ ਇੰਨੀਆਂ ਕੁਰਬਾਨੀਆਂ, ਫਿਰ ਵੀ ਅਸੀਂ ਅਹਿਸਾਸ ਨਹੀਂ ਕੀਤਾ, ਅਕਿਰਤ ਘਣਤਾ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕੇ, ਤੇ ਗੁਰਸਿੱਖੀ ਗ੍ਰਹਿਣ ਨਹੀਂ ਕੀਤੀ। ਭਾਵੇਂ ਮਾਇਆ, ਪਦਾਰਥ, ਕੋਠੀਆਂ, ਕਾਰਾਂ ਠੀਕ ਆ, ਸਰੀਰ ਦੀਆਂ ਲੋੜਾਂ ਚਾਹੀਦੀਆਂ, ਪਰ ਇਹਨਾਂ ਚੀਜ਼ਾਂ ਤੱਕ ਹੀ ਸੀਮਤ ਰਹਿ ਜਾਈਏ। ਗੁਰਸਿੱਖੀ ਘਰਾਂ 'ਚੋਂ ਚੱਲ ਗਈ ਤੇ ਸਮਝੋ ਅਸੀਂ ਕੋਈ ਖੱਟੀ ਨਹੀਂ ਖੱਟੀ। ਬਸੰਤ ਸਵਰਗ ਲੋਕ ਹੈ, ਜਿੱਥੇ ਪ੍ਰਿਥਵੀ ਨਵ ਖੰਡਨ, ਬਿਸਰੰਤ ਹਰ ਗੋਪਾਲ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ, ਕੌਤਕ ਕੋਟ ਤਮਾਸਿਆ, ਯਤਨ ਆਪ ਸੁਨਾਓ। ਨਾਨਕ ਥੋੜੀ ਨਰਕ ਬਰਾਬਰੇ, ਉਜੜ ਸੋਈ ਆਓ। ਮਹਾ ਭਿਆਨ ਉਦਿਆਨ, ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ, ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ, ਫਿਰੈ ਦੇਵਾਨਿਆ। ਸਿਰ ਲੱਗਾ ਜਮ ਡੰਡ, ਤਾਂ ਫਿਰ ਪਛਤਾਨਿਆ। ਬਿਨ ਪੂਰੇ ਗੁਰਦੇਵ ਰਹਿ ਸੈਤਾਨਿਆ। ਜਿਵੇਂ ਸ਼ੈਤਾਨ ਭੂਤ ਨੇ ਘੁੰਮਦੇ ਨਾ, ਜਿਨ੍ਹਾਂ ਦਾ ਗੁਰੂ ਪੂਰਾ ਨਹੀਂ, ਉਹਨਾਂ ਦੇ ਚੇਲੇ ਚਾਲੜੇ ਸ਼ੈਤਾਨ ਭੂਤਨਿਆਂ ਨੂੰ ਘੁੰਮਦੇ। ਉਹ ਇਸ ਵਾਸਤੇ ਉਹਨਾਂ ਨੂੰ ਸਮੱਤ ਨਹੀਂ ਹੁੰਦੀ, ਸੋਝੀ ਨਹੀਂ। ਸਾਡਾ ਤੇ ਗੁਰੂ ਪੂਰਾ ਹੈ, ਤੇ ਜੇ ਉਹਦੀ ਸ਼ਰਨ ਗ੍ਰਹਿਣ ਕਰਕੇ ਸਮੱਤ ਲਵਾਂਗੇ ਤੇ ਸਾਨੂੰ ਵੀ ਪੁਰਾਤਨ ਗੁਰਸਿੱਖਾਂ ਵਾਲਾ ਜੀਵਨ ਪ੍ਰਾਪਤ ਹੋ ਜਾਵੇਗਾ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਗ੍ਰੰਥੀ ਸਿੰਘਾਂ ਦਾ, ਗਿਆਨੀ ਸਿੰਘ, ਰਾਗੀ ਸਿੰਘ ਔਰ ਪ੍ਰਬੰਧਕਾਂ ਦਾ, ਸਮੂਹ ਸੰਗਤਾਂ, ਸਾਰੇ ਸੇਵਾਦਾਰਾਂ ਦਾ ਭਾਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ